ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮਿਰਜ਼ਾ ਪਰਦੇਸੀ ਦੇ ਚੈਨਲ ਉੱਤੇ ਤਮਾਮ ਦੋਸਤਾਂ ਨੂੰ, ਤਮਾਮ ਭਰਾਵਾਂ ਨੂੰ ਖੁਸ਼ਾਮਦੀਦ। ਉਮੀਦ ਕਰਦਾ ਮੇਰੇ ਸਾਰੇ ਭਰਾ, ਮੇਰੇ ਸਾਰੇ ਦੋਸਤ ਜਿਹੜੇ ਨੇ ਉਹ ਠੀਕ ਹੋਣਗੇ, ਖੁਸ਼ ਹੋਣਗੇ, ਸ਼ਾਦਬਾਦ ਹੋਣਗੇ। ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਇੰਝ ਹੀ ਖੁਸ਼ ਰੱਖੇ, ਆਮੀਨ। ਵੀਡੀਓ ਦੇ ਟਾਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਅੱਗੇ ਇੱਕ ਰਿਕੁਐਸਟ ਕਰਨਾ ਚਾਹੁੰਦਾ। ਉਹ ਰਿਕੁਐਸਟ ਹੈ ਵੇ ਕਿ ਅਗਰ ਤੁਹਾਨੂੰ ਅਸਲੇ ਦਾ ਸ਼ੌਕ ਹੈ, ਸ਼ੌਕੀਆ ਤੌਰ ਤੇ ਰੱਖਣਾ ਚਾਹੁੰਦੇ ਹੋ ਜਾਂ ਡਿਫੈਂਸ ਵਾਸਤੇ ਰੱਖਣਾ ਚਾਹੁੰਦੇ ਹੋ, ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਤੁਹਾਡੇ ਕੋਲ ਅਸਲੇ ਦਾ ਲਾਇਸੈਂਸ ਹੋਣਾ ਚਾਹੀਦਾ। ਦੂਸਰੀ ਗੱਲ, ਅਗਰ ਤੁਸੀਂ ਮੈਂਟਲੀ ਤੇ ਫਿਜ਼ੀਕਲੀ ਫਿਟ ਨਹੀਂ ਹੋਇਆ, ਫੋਰ ਐਗਜ਼ਾਮਪਲ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦਾ ਮਸਲਾ ਹੈ, ਐਂਜ਼ਾਇਟੀ ਤੇ ਡਿਪਰੈਸ਼ਨ ਦਾ ਮਸਲਾ ਹੈ, ਤੇ ਤੁਹਾਨੂੰ ਆਪਣੇ ਗੁੱਸੇ ਤੇ ਕੰਟਰੋਲ ਨਹੀਂ ਹੈ, ਤੁਸੀਂ ਹਰਗਿਜ਼ ਆਪਣੇ ਕੋਲ ਅਸਲਾ ਨਹੀਂ ਰੱਖਣਾ ਹੈ। ਅੱਜ ਦਾ ਜਿਹੜਾ ਟਾਪਿਕ ਹੈ ਨਾ, ਉਹ ਇਹ ਵੇ ਕਿ ਤੁਸੀਂ ਅਕਸਰ ਲੋਕਾਂ ਨੂੰ ਗੱਲ ਕਰਦਿਆਂ ਸੁਣਿਆ ਹੋਵੇਗਾ ਕਿ ਜਿਹੜੀਆਂ ਅਮਰੀਕਨ ਰਾਈਫਲਾਂ ਨੇ ਨਾ, M4 ਵਗੈਰਾ, M16 ਵਗੈਰਾ, ਉਹ ਜਿਹੜੀਆਂ ਅਮਰੀਕਾ ਦੀਆਂ ਜੰਗਾਂ ਸੀ ਨਾ, ਉਹਨਾਂ ਵਿੱਚ ਇਹ ਫਲਾਪ ਹੋਈਆਂ ਸੀ ਤੇ ਅੱਜ ਵੀ ਇਹ ਇੰਨੀਆਂ ਪਾਏਦਾਰ ਗੰਨਾਂ ਨਹੀਂ ਹਨ। ਤੇ ਜਿਹੜੇ ਕਈ ਅੱਜ ਕੱਲ੍ਹ ਦੇ ਇੰਟਰਨੈਟ ਉੱਤੇ ਦਾਨਸ਼ਵਰ ਬਣ ਕੇ ਬੈਠੇ ਨੇ ਨਾ, ਉਹ ਵੀ ਇਹ ਗੱਲਾਂ ਜਿਹੜੇ ਨੇ ਕਰਦੇ ਹੁੰਦੇ ਨੇ ਪਏ ਕਿ ਜਿਹੜੇ ਅਮਰੀਕੀ ਫੌਜੀ ਵੀ ਨੇ ਨਾ, ਉਹ ਇਹ ਗੰਨਾਂ ਉਹਨਾਂ ਨੂੰ ਵੀ ਨਹੀਂ ਪਸੰਦ ਤੇ ਉਹ ਵੀ AK-47 ਨੂੰ ਪਸੰਦ ਕਰਦੇ ਨੇ। ਅੱਛਾ, ਉਹ ਸਾਰੇ ਜਿਹੜੇ ਬੰਦੇ ਨੇ ਨਾ, ਅੱਜ ਉਹਨਾਂ ਦੇ ਝੂਠ ਐਕਸਪੋਜ਼ ਕਰਾਂਦੇ। ਤੇ ਮੈਂ ਖਾਸ ਤੌਰ ਤੇ ਰਿਕੁਐਸਟ ਕਰਨਾ ਚਾਹੁੰਦਾ, ਜਿਹੜੇ ਖਾਸ ਤੌਰ ਤੇ ਜਿਹੜੇ ਸੀਰੀਅਸ ਦੁਸ਼ਮਣਦਾਰ ਬੰਦੇ ਨੇ, ਕਿ ਇਹ ਜਿਹੜੇ ਫੇਸਬੁੱਕੀ ਤੇ ਇੰਟਰਨੈਟ ਤੇ YouTube ਦੇ ਜਿਹੜੇ ਦਾਨਸ਼ਵਰ ਬਣ ਕੇ ਬੈਠੇ ਨੇ ਨਾ, ਇਹਨਾਂ ਤੋਂ ਬਚੋ। ਇਹ ਝੂਠ ਬੋਲਦੇ ਜੇ ਤੁਹਾਡੇ ਅੱਗੇ। ਅੱਜ ਤੁਹਾਡੇ ਅੱਗੇ ਮੈਂ ਬਕਾਇਦਾ ਸਬੂਤ ਦੇ ਨਾਲ ਇਹ ਚੀਜ਼ਾਂ ਲੈ ਕੇ ਆਵਾਂਗਾ ਕਿ ਅਮਰੀਕੀ ਫੌਜੀ AK-47 ਨੂੰ ਪਸੰਦ ਕਰਦੇ ਨੇ, ਜਾਂ ਉਹ ਆਪਣੀ ਜਿਹੜੀ ਇਹਨਾਂ ਦੀ ਆਪਣੀ ਰਾਈਫਲ ਹੈ ਉਹ ਜਿਹੜਾ ਇਸਤੇਮਾਲ ਕਰਦੇ ਨੇ, ਜਿਹੜੀ M4 ਹੋ ਗਈ ਜਾਂ M16 ਵਗੈਰਾ ਹੋ ਗਈਆਂ ਜਿਹੜੀਆਂ ਗੰਨਾਂ ਨੇ, ਤੇ ਉਹਨਾਂ ਤੇ ਕੋਈ ਜਬਰ ਵਗੈਰਾ ਕੋਈ ਨਹੀਂ ਹੈ ਸਟੇਟ ਦੀ ਤਰਫੋਂ। ਕਿਉਂਕਿ ਮੈਂ ਇੱਕ ਭਰਾ ਨੂੰ ਸੁਣ ਰਿਹਾ ਸੀ, ਉਹ ਕਹਿੰਦਾ ਜੀ ਉਹ ਅਮਰੀਕੀ ਫੌਜੀ ਜਿਹੜੇ ਨੇ ਉਹ ਬੜੇ ਪਸੰਦ ਕਰਦੇ ਨੇ AK-47 ਨੂੰ, ਤੇ ਅਮਰੀਕਾ ਦੀ ਜਿਹੜੀ ਸਟੇਟ ਹੈ ਉਹ ਜਿਹੜੀ ਉਹ ਉਹਨਾਂ ਨੂੰ ਜ਼ਬਰਦਸਤੀ ਜਿਹੜਾ M4 ਤੇ M16 ਗੰਨਾਂ ਦਿੰਦੇ ਨੇ। ਤੇ ਦੂਜੀ ਗੱਲ ਕਿ ਇਹਨਾਂ ਦੀ ਜਿਹੜੀ ਡਿਊਰੇਬਿਲਿਟੀ ਹੈ ਉਹਦੇ ਬਾਰੇ ਵੀ ਗੱਲ ਕਰਾਂਦੇ ਕਿ ਇਹ ਵਾਕਈ ਜੰਗਾਂ ਦੇ ਵਿੱਚ ਇਸਤੇਮਾਲ ਹੁੰਦੀ ਵੀ ਹੈ ਜਾਂ ਨਹੀਂ, ਜਾਂ ਇਹ ਜਿਹੜੇ ਫੌਜੀ ਲੈ ਕੇ ਜਾਂਦੇ ਨੇ ਤੇ ਉੱਥੇ ਰਾਈਫਲਾਂ ਜਿਹੜੀਆਂ ਨੇ ਨਾਕਾਮ ਹੋਈਆਂ ਨੇ। ਬਕਾਇਦਾ ਸਬੂਤ ਦੇ ਨਾਲ ਗੱਲ ਕਰਾਂਦੇ। ਅੱਛਾ, ਇਹ ਜਿਹੜੀਆਂ ਤਸਵੀਰਾਂ ਨੇ ਨਾ, ਇਹ ਤਸਵੀਰਾਂ ਵੇਖੋ, ਇਹ ਨੇ ਤਸਵੀਰਾਂ ਯੂਕਰੇਨ ਜੰਗ ਦੀਆਂ। ਅਸੀਂ ਹੁਣ ਦੀ ਘੜੀ ਵਿੱਚ ਜਿਹੜਾ ਹੁਣ ਚੱਲ ਰਿਹਾ ਵਕਤ, ਉਹਦੀ ਅਸੀਂ ਗੱਲ ਕਰਦੇ ਹਾਂ। ਅਸੀਂ ਪੁਰਾਣੇ ਟਾਈਮ ਦੀ ਗੱਲ ਹੀ ਨਹੀਂ ਕਰਦੇ, ਨਾ ਅਸੀਂ ਕੋਈ ਅਫਗਾਨਿਸਤਾਨ ਦੀ ਜੰਗ ਦੀ ਗੱਲ ਕਰਦੇ ਹਾਂ, ਨਾ ਵੀਅਤਨਾਮ ਦੀ ਜੰਗ ਦੀ ਗੱਲ ਕਰਦੇ ਹਾਂ, ਨਾ ਕਿਸੇ ਇਰਾਕ ਦੀ ਜੰਗ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਮਤਲਬ ਅਮਰੀਕਾ ਦੀਆਂ ਫੌਜਾਂ ਰਹੀਆਂ ਨੇ ਕਿ ਉਹ ਕਿਹੜਾ ਅਸਲਾ ਇਸਤੇਮਾਲ ਕਰਦੀਆਂ ਰਹੀਆਂ ਨੇ, ਜਾਂ ਕਿਸੇ ਹੋਰ ਜੰਗ ਦੀ ਗੱਲ ਕਰ ਲੈਂਦੇ ਹਾਂ। ਹੁਣ ਦੀ ਘੜੀ 'ਚ ਜਿਹੜੀ ਯੂਕਰੇਨ ਦੀ ਤੇ ਰਸ਼ੀਆ ਦੀ ਜੰਗ ਚੱਲਦੀ ਹੈ ਨਾ ਵੀ, ਉਹਦੇ ਵਿੱਚ ਇਹ ਜੀ ਇੱਕ ਬ੍ਰਿਗੇਡ ਹੈ, ਇਹਦਾ 47 ਬ੍ਰਿਗੇਡ ਇਹਦਾ ਨਾਂ ਹੈ। ਤੇ ਇਹ ਜਿਹੜੇ ਇਹਨਾਂ ਗੰਨਾਂ ਲੱਪੀਆਂ ਨੇ ਜਿਹੜੀਆਂ ਨੇ, ਇਹ ਨੇ ਅਮਰੀਕਾ ਦੀਆਂ M16A4। ਤੇ ਜਿਹੜੀਆਂ ਇਹਨਾਂ ਨੇ ਸਕੋਪਾਂ ਵਗੈਰਾ ਉੱਤੇ ਲਾਈਆਂ ਨੇ, ਉਹ ਨੇ ਟ੍ਰਿਜੀਕੌਨ ਦੇ ਜਿਹੜੇ ਏਕੌਗ ਨੇ, ਜਿਹੜੇ ਬੜੇ ਮਸ਼ਹੂਰ ਨੇ, ਜਿਹੜੀ M4 ਦੇ ਉੱਤੇ ਵੀ ਲੱਗੇ ਤੁਸੀਂ ਵੇਖੇ ਹੁੰਦੇ ਨੇ, ਜਿਹਨੂੰ 4X ਅਸੀਂ ਕਹਿੰਦੇ ਹਾਂ ਅੱਜ ਕੱਲ੍ਹ, ਗੇਮਾਂ ਸ਼ੇਮਾਂ ਵਿੱਚ ਵੀ ਇਹ ਆਏ ਹੁੰਦੇ ਨੇ। ਤੇ ਨਾਲ ਇਹਨਾਂ ਦੇ ਜਿਹੜੀ M16A4 ਇਹਨਾਂ ਰਾਈਫਲ, ਉਹਨੂੰ ਗ੍ਰਨੇਡ ਲਾਂਚਰ ਵੀ ਲੱਗੇ ਨੇ ਥੱਲੇ ਨਾਲ। ਅੱਛਾ, ਇਹ ਜਿਹੜੀ ਨਾ ਇੱਕ ਤੇ ਗੱਲ ਜਿਹੜੀ ਤੁਹਾਨੂੰ ਅੱਗੇ ਕਲੀਅਰ ਹੋ ਜੇ ਕਿ ਯੂਕਰੇਨ ਦੀ ਜਿਹੜੀ ਹੈ ਬ੍ਰਿਗੇਡ ਹੈ ਨਾ, ਇਹ ਰਾਈਫਲ ਅਮਰੀਕਾ ਦੀ ਰਾਈਫਲ ਜਿਹੜੀ ਹੈ ਉਹ ਇਸਤੇਮਾਲ ਵੀ ਕਰਦੀ ਏ। ਹੋਣਾ ਤੇ ਇਹ ਚਾਹੀਦਾ ਆ ਕਿ ਇਹਨਾਂ ਕੋਲ ਕੋਈ AK-47 ਟਾਈਪ ਰਾਈਫਲ ਹੁੰਦੀ, ਕਿਉਂਕਿ ਯੂਕਰੇਨ ਜਿਹੜਾ ਸੋਵੀਅਤ ਯੂਨੀਅਨ ਦਾ ਹਿੱਸਾ ਰਿਹਾ। ਤੇ ਹਾਲੀਆ ਵਕਤ ਤੱਕ, ਜਦੋਂ ਤੱਕ ਰਸ਼ੀਆ ਨੇ ਯੂਕਰੇਨ ਤੇ ਹਮਲਾ ਨਹੀਂ ਕੀਤਾ, ਉਸ ਟਾਈਮ ਯੂਕਰੇਨ ਇੱਕ ਆਜ਼ਾਦ ਰਿਆਸਤ ਸੀ, ਤੇ AK-47 ਉਹਨਾਂ ਨੂੰ ਬਣਾਉਣੀਆਂ ਚਾਹੀਦੀਆਂ ਤੇ ਆਪਣੇ ਫੌਜੀਆਂ ਨੂੰ ਦੇਣੀਆਂ ਚਾਹੀਦੀਆਂ, ਹੋਵਣਦੀਆਂ ਵੀ ਕਿਸੇ ਪਲਟੂਨਾਂ ਵਗੈਰਾ ਕੋਲ, ਕਈ ਬ੍ਰਿਗੇਡਾਂ ਕੋਲ ਹੋਣੀਆਂ ਵੀ ਨੇ। ਲੇਕਿਨ ਇਹ ਜਿਹੜੀ ਗਨ ਹੈ ਨਾ, ਇਹ ਗਨ ਬੜੀ ਐਕੂਰੇਟ ਤੇ ਬੜੀ ਜ਼ਬਰਦਸਤ ਗਨ ਹੈ। ਇਹਦੀ ਸਪੈਸੀਫਿਕੇਸ਼ਨ ਉੱਤੇ ਵੀ ਅਸੀਂ ਆਵਾਂਗੇ, ਤੇ ਮੈਨੂੰ ਇਸ ਗਨ ਦੇ ਬਾਰੇ ਮੇਰੇ ਅਮਰੀਕੀ ਫੌਜੀ ਯਾਰ ਨੇ ਕੀ ਦੱਸਿਆ ਸੀ, ਉਹ ਵੀ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ। ਅੱਛਾ, ਇਹ ਜਿਹੜੀ ਹੈ ਨਾ ਰਾਈਫਲ, ਇਹਨੂੰ ਰਾਈਫਲ ਕਹਿਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਪਤਾ ਜਿਹੜੀ ਇੱਕ ਬੰਦੂਕ ਦੀਆਂ ਕੈਟਾਗਰੀ ਹੁੰਦੀਆਂ ਨਾ, ਉਹਦੇ 3-4 ਕਿਸਮ ਦੀਆਂ ਜਿਹੜਾ ਨਾ ਗੰਨਾਂ ਆ ਜਾਂਦੀਆਂ ਨੇ। ਹੁਣ ਜਿਹੜੀ ਹੈ ਨਾ M16A4 ਜਿਹੜੀ ਹੈ, ਇਹ ਰਾਈਫਲ ਕੈਟਾਗਰੀ ਵਿੱਚ ਆਉਂਦੀ ਹੈ। ਲੰਮੀ ਜਿਹੜੀ ਹੈ ਨਾ, ਉਹਦਾ ਬੱਟ ਵੀ ਵੱਡਾ ਹੁੰਦਾ, ਤੁਸੀਂ ਵੇਖਿਆ ਉਹ ਰਾਈਫਲਾਂ ਹਾਰ, ਤੇ ਨਾਲੀ ਵੀ ਲੰਮੀ ਹੈ। ਤੇ ਇਹਦੀ ਜਿਹੜੀ ਨਾਲੀ ਹੋ ਜਾਂਦੀ ਹੈ ਨਾ, ਇਹ ਤਕਰੀਬਨ 20 ਇੰਚ ਦੀ ਨਾਲੀ ਹੋ ਜਾਂਦੀ ਹੈ, ਤੇ ਇਹ ਰਾਈਫਲ ਕੈਟਾਗਰੀ ਚ ਆਉਂਦੀ ਹੈ। ਇਸ ਨਾਲ ਜਿਹੜੀਆਂ ਛੋਟੀਆਂ ਆ ਜਾਂਦੀਆਂ ਨੇ ਨਾ, ਉਹ ਕਾਰਬੀਨਾਂ ਆ ਜਾਂਦੀਆਂ ਨੇ, ਜਿਹੜੀ M4A1 ਵਗੈਰਾ। ਉਹਦੇ ਵਿੱਚ ਦੋ ਜਿਹੜੇ ਨਾ ਆਪਸ਼ਨ ਹੁੰਦੇ ਨੇ, ਇੱਕ ਹੁੰਦੇ ਨੇ ਸਿਵਿਲੀਅਨ
ਜਿਹੜੀਆਂ ਮੇਰੇ ਕੋਲ ਨੇ ਉਹਦੇ 'ਚ ਲੱਗਦਾ 16 ਇੰਚ ਦਾ ਬੈਰਲ, ਤੇ ਇੱਕ ਹੁੰਦੀ ਹੈ ਜਿਹੜੀ ਆਰਮੀ ਦੀਆਂ ਹੁੰਦੀਆਂ ਨੇ ਤੇ ਲਾ ਇਨਫੋਰਸਮੈਂਟ ਦੀਆਂ, ਉਹਦੇ 'ਚ ਲੱਗਦਾ 14 14.5 ਇੰਚ ਦਾ ਬੈਰਲ। ਅੱਛਾ, ਉਸ ਤੋਂ ਥੱਲੇ ਰਾਈਫਲ ਕੈਟਾਗਰੀ ਵਿੱਚ ਆ ਜਾਈਏ ਨਾ, ਉਹਦੇ 'ਚ ਬੁੱਲ ਪੰਪ ਵੀ ਆ ਜਾਂਦੇ ਨੇ, ਤੇ ਉਸ ਨਾਲੋਂ ਥੱਲੇ ਆ ਵੀਏ ਤੇ ਉਹਦੇ 'ਚ ਪਿਸਟਲ ਰਾਈਫਲ ਜਿਹਨੂੰ ਆਖਦੇ ਆ, ਜਿਹਨੂੰ ਬਿਲਕੁਲ ਹੀ ਛੋਟੇ 9 ਇੰਚ 8 ਇੰਚ ਦੇ ਤੇ 10 ਇੰਚ ਦੇ ਬੈਰਲ ਲੱਗੇ ਹੁੰਦੇ ਨੇ। ਉਹ ਇਹ ਜਿਹੜੀਆਂ ਨੇ ਨਾ, ਇਹ 3-4 ਕਿਸਮਾਂ ਹੁੰਦੀਆਂ ਨੇ ਰਾਈਫਲ ਕੈਟਾਗਰੀ ਦੇ ਵਿੱਚ। ਅੱਛਾ ਜੀ, M16A4 ਜਿਹੜੀ ਹੈ ਨਾ, ਮੈਂ ਚਾਹੁੰਦਾ ਤੁਹਾਨੂੰ ਥੋੜੀ ਜਿਹੀ ਮੈਂ ਨਾ ਇਹਦੇ ਬਾਰੇ ਇਨਫੋਰਮੇਸ਼ਨ ਦਾ। ਅੱਛਾ, ਜਿਹੜੀ ਰਾਈਫਲ ਹੈ ਨਾ, ਇਹ ਤਕਰੀਬਨ M16A4 ਜਿਹੜੀ ਹੈ, ਇਹ 1990 ਦੇ ਵਿੱਚ ਅਮਰੀਕਾ ਨੇ ਬਣਾਈ ਤੇ ਆਪਣੇ ਜਿਹੜੇ ਸਰਵਿਸ ਵਿੱਚ ਲੈ ਕੇ ਆਂਦੀ ਤੇ ਆਪਣੇ ਫੌਜੀਆਂ ਨੂੰ ਦਿੱਤੀ। ਤੇ ਇਹ ਗਨ ਜਿਹੜੀ ਹੈ ਨਾ, ਇਹ ਬੜੀ ਐਕੂਰੇਟ ਗਨ ਕਹਿੰਦੇ ਨੇ। ਇਹਦਾ ਜਿਹੜਾ ਰੇਟ ਆਫ ਫਾਇਰ ਹੈ ਨਾ, ਉਹ ਵੀ ਜ਼ਿਆਦਾ ਹੈ, ਤੇ ਇਹਦੀ ਰੇਂਜ ਵੀ M4 ਕਾਰਬਿਨ ਜਿਹੜੀ ਉਹਦੇ ਨਾਲੋਂ ਜ਼ਿਆਦਾ ਹੈ। ਇਹਦਾ ਤਕਰੀਬਨ ਜਿਹੜਾ ਰੇਟ ਆਫ ਫਾਇਰ ਹੈ ਨਾ, ਉਹ ਤੁਹਾਨੂੰ ਲੱਭ ਜਾਂਦਾ ਹੈ ਤਕਰੀਬਨ 600 ਤੋਂ ਲੈ ਕੇ 700 ਰਾਉਂਡ ਪਰ ਮਿੰਟ। ਤੇ ਜਿਹੜਾ ਇਹਦਾ ਰੇਂਜ ਹੈ ਜਿਹੜੀ, ਉਹ ਤਕਰੀਬਨ ਤੁਹਾਨੂੰ 800 ਮੀਟਰ ਤੱਕ ਇਹ ਜਿਹੜੀ ਹੈ ਮਾਰ ਕਰਕੇ ਦਿੰਦੀ ਹੈ। ਇਹਦੀ ਗੋਲੀ ਦੂਰ ਜਾਂਦੀ ਹੈ, ਉਹਦੀ ਇੱਕ ਵਜ੍ਹਾ ਹੁੰਦੀ ਹੈ। ਉਹਦੀ ਵਜ੍ਹਾ ਇਹ ਵੇ ਕਿ ਜਿਹੜੀ ਗਨ ਦੀ ਨਾਲੀ ਜਿੰਨੀ ਲੰਬੀ ਹੁੰਦੀ ਜਾਂਦੀ ਹੈ ਨਾ, ਉਹਦੀ ਰੇਂਜ ਉਨੀ ਜ਼ਿਆਦਾ ਵੱਧਦੀ ਜਾਂਦੀ ਹੈ, ਤੇ ਜਿਹੜੀ ਗਨ ਜਾਂ ਜਿਹੜੀ ਰਾਈਫਲ ਦੀ ਨਾਲੀ ਜਿਹੜੀ ਛੋਟੀ ਹੁੰਦੀ ਜਾਂਦੀ ਹੈ ਨਾ, ਉਹਦੀ ਰੇਂਜ ਘਟਦੀ ਜਾਂਦੀ ਹੈ। ਇਸ ਗੱਲੇ ਇਹਦੀ ਰੇਂਜ ਜਿਹੜੀ ਹੈ ਉਹ ਜ਼ਿਆਦਾ ਹੈ M4 ਦੀ ਨਿਸਬਤ ਨਾਲ। ਜਿਹੜੀ ਛੋਟੀ ਕਾਰਬਿਨ ਜਿਹੜੀ ਹੈ ਅਸੀਂ ਪਸੰਦ ਕਰਨਾ, ਜਿਹੜੀ ਮੈਨੂੰ ਵੀ ਪਸੰਦ ਹੈ। ਅੱਛਾ, ਇਹਦਾ ਜਿਹੜਾ ਵਜ਼ਨ ਨੂੰ ਲੈ ਲਈਏ ਨਾ, ਵਜ਼ਨ ਤਕਰੀਬਨ ਇਹਦਾ ਜਿਹੜਾ ਨਾ ਉਹ ਜ਼ਿਆਦਾ ਆ ਜਾਂਦਾ ਹੈ, ਕਿਉਂਕਿ ਇਹਦੇ ਤੇ ਮਾਸ ਜਾਂ ਮਟੀਰੀਅਲ ਜ਼ਿਆਦਾ ਲੱਗਿਆ ਹੈ। ਤਕਰੀਬਨ 4 ਕਿਲੋ ਦੀ ਗਨ ਬਣ ਜਾਂਦੀ ਹੈ। ਤੇ ਗਨ ਜਿਹੜੀ ਹੈ ਇਹ ਜੰਗਾਂ ਵਿੱਚ ਇਸਤੇਮਾਲ ਹੋਈ ਵੀ ਹੈ। ਤੇ ਇਹਦੇ ਜਿਹੜੇ ਅਰਲੀ ਵੇਰੀਐਂਟ ਹੈ ਜਿਹੜੇ, ਉਹ ਵੀਅਤਨਾਮ ਵਗੈਰਾ ਜੰਗ ਦੇ ਵਿੱਚ ਇਸਤੇਮਾਲ ਹੋਏ ਨੇ ਤੇ ਸਾਰਾ ਕੁਝ। ਤੇ ਬੜੇ ਬੰਦੇ ਇਲਜ਼ਾਮ ਲਾਉਂਦੇ ਨੇ ਕਿ ਜੀ ਇਹ ਤੇ ਬੜੀਆਂ ਨਾਕਾਮ ਰਹੀਆਂ ਨੇ ਗੰਨਾਂ ਜੰਗਾਂ ਦੇ ਵਿੱਚ। ਦੇਖੋ ਜੀ, ਜਿਸ ਟਾਈਮ ਕੋਈ ਨਵਾਂ ਕਿਸੇ ਸ਼ੈ ਦਾ ਮਾਡਲ ਆ ਜਾਂਦਾ ਨਾ, ਤੇ ਉਹ ਇਹਦਾ ਮਤਲਬ ਇਹ ਨਹੀਂ ਹੁੰਦਾ ਪੁਰਾਣਾ ਮਾਡਲ ਹੈ ਉਹ ਪੈੜਾ ਹੋ ਗਿਆ। ਇਹ ਜਿਹੜਾ ਮਤਲਬ A1 ਜਿਹੜੀ ਆਈ, A2 A3 A4 ਹੁਣ ਚਲਦੀ ਵੀ A4, ਇਹ ਨਵੇਂ ਤੋਂ ਨਵੇਂ ਮਾਡਲ ਆਉਂਦੇ ਨੇ। ਹੋ ਸਕਦਾ A5 ਵੀ ਅੱਗੋਂ ਆ ਜਾਏ। ਅੱਛਾ, ਇਹ ਜਿਹੜੀ ਰਾਈਫਲ ਹੈ ਨਾ, ਇਹ ਗਨ ਬੜੀ ਐਕੂਰੇਟ ਹੈ ਤੇ ਬੜੀ ਪਾਇਦਾਰ ਗਨ ਹੈ। ਤੇ ਇੱਥੇ ਜਿਹੜੇ ਅਮਰੀਕੀ ਫੌਜੀ ਜਿਹੜੇ ਨੇ ਨਾ, ਰਿਟਾਇਰ ਵੀ ਨੇ, ਉਹ ਬੜੇ ਸ਼ੌਕੀਆ ਤੌਰ ਤੇ, ਜਿਹਨੂੰ ਆਖਦੇ ਨੇ ਨਾ ਸ਼ੋ ਪੀਸ ਦੇ ਤੌਰ ਤੇ, ਇਹ ਗਨ ਲੈ ਕੇ ਆਪਣੇ ਘਰਾਂ 'ਚ ਰੱਖਦੇ ਨੇ, ਜਿਹੜੀ M16A4 ਹੈ। ਅੱਛਾ, ਮੇਰਾ ਇੱਕ ਯਾਰ ਹੈ, ਮੈਂ ਮਤਲਬ ਉਹਦੀ ਸਾਰੀ ਡਿਟੇਲ ਤੇ ਨਹੀਂ ਸਾਰੇ ਇੱਥੇ ਸਾਹਮਣੇ ਤੁਹਾਨੂੰ ਸ਼ੋਅ ਕਰਵਾ ਸਕਦਾ। ਉਹਦਾ ਨਾਂ ਹੈ ਡੈਰਨ, ਅਮਰੀਕਾ ਦੀ ਫੌਜ 'ਚੋਂ ਰਿਹਾ। ਤੇ ਉਦੋਂ ਮੈਂ ਪੁੱਛਿਆ, ਮੈਂ ਕਿਹਾ ਯਾਰ ਇਹ ਬੜਾ ਰੋਲਾ ਹੈ ਗੰਨਾਂ ਦਾ ਜੀ। ਕੋਈ ਕਹਿੰਦਾ ਕਿ ਵਧੀਆ, ਕੋਈ ਕਹਿੰਦਾ M4 ਵਧੀਆ, ਕੋਈ ਕਹਿੰਦਾ ਸਕਾਰ ਵਧੀਆ F1 ਵਾਲਿਆਂ ਦੀ, ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ। ਰੋਲਾ ਕੀ ਵੇ? ਕੋਈ ਕਹਿੰਦਾ ਆਗ ਵਧੀਆ, ਉਹ ਜਿਹੜੀ ਆਸਟਰੀਆ ਦੀ ਗਲਾਕ ਜਿਨ੍ਹਾਂ ਦਾ ਪਿਸਟਲ ਉਹ ਵਧੀਆ, ਕੋਈ ਕੁਝ ਕਹਿੰਦਾ ਯਾਰ ਉਹ ਜਿਹੜਾ ਕਹਿੰਦਾ, ਉਹ ਕਹਿੰਦਾ ਅਸੀਂ ਦੁਨੀਆ ਦੀਆਂ ਸਾਰੀਆਂ ਰਾਈਫਲਾਂ ਅਸੀਂ ਟਰਾਈ ਕਰਨੇ ਆ। ਕਹਿੰਦਾ ਤਾਂ ਕਿ ਅਸੀਂ ਜਿਹੜਾ ਦੁਸ਼ਮਣ ਦਾ ਅਸਲਾ ਹੁੰਦਾ ਨਾ, ਅਸੀਂ ਉਹਨੂੰ ਵੀ ਟਰਾਈ ਕਰਨੇ ਆ ਕਿ ਉਹ ਉਹਦੇ 'ਚ ਕਿੰਨਾ ਸਾਹ ਸੱਤ ਹੈ, ਸਾਨੂੰ ਕਿੰਨਾ ਡੈਮੇਜ ਦੇ ਸਕਦਾ ਹੈ, ਤੇ ਇਹਦੇ ਮੁਕਾਬਲੇ 'ਚ ਅਸੀਂ ਅਗਲੇ ਦੁਸ਼ਮਣ ਨੂੰ ਕਿੰਨਾ ਡੈਮੇਜ ਦੇਣਾ ਹੈ। ਕਹਿੰਦਾ ਜਿਹੜੀ ਦੁਨੀਆ ਦੀ ਸਭ ਨਾਲੋਂ ਜ਼ਿਆਦਾ ਐਕੂਰੇਟ ਤੇ ਵਧੀਆ ਗਨ ਜਿਹੜੀ ਹੈ ਨਾ, ਉਹ ਹੈ M16A4। ਮੈਂ ਕਿਹਾ ਕਿੰਜ? ਕਹਿੰਦਾ ਅਸੀਂ 100 ਮੀਟਰ ਉੱਤੇ, ਤਾਸ਼ ਦਾ ਪੱਤਾ ਨਹੀਂ ਜਿਹੜਾ ਹੁੰਦਾ, ਤਾਸ਼ ਦਾ ਪੱਤਾ ਇੱਕ ਜਿਹੜਾ ਹੁੰਦਾ ਗੇਮ, ਜਿਹੜੀ ਕਾਰਡ ਜਿਹੜੇ ਅਸੀਂ ਖੇਡਦੇ ਆ, ਕਹਿੰਦਾ ਅਸੀਂ 100 ਮੀਟਰ ਦੂਰ ਰੱਖਦੇ ਸੀ ਤੇ M16A4 ਨਾਲ ਨਿਸ਼ਾਨਾ ਲਾਉਂਦੇ ਸੀ, ਤੇ ਉਹ ਇੰਨਾ ਸਾਰਾ ਕਾਰਡ ਹੁੰਦਾ 100 ਮੀਟਰ ਉੱਤੇ, ਕਹਿੰਦਾ ਗੋਲੀ ਜਾ ਕੇ ਕਾਰਡ ਨੂੰ ਵੱਜਦੀ ਸੀ। ਇੰਨੀ ਐਕੂਰੇਟ ਹੈ ਰਾਈਫਲ। ਤੇ ਇਹ ਉਹਨੇ ਮੈਨੂੰ ਗੱਲ ਦੱਸੀ ਮੇਰੇ ਯਾਰ ਨੇ। ਅੱਛਾ, ਅੱਗੋਂ ਇਹ ਨਾ ਤੁਸੀਂ ਇਹ ਜਿਹੜੀ ਰਾਈਫਲ ਦੀ ਗੱਲ ਹੋ ਗਈ, ਇਹ ਵੇਖੋ। ਤੇ ਦੂਜੀ ਜਿਹੜੀ ਹੈ ਨਾ ਗੱਲ, ਇਹ ਵੀਡੀਓ ਤੁਸੀਂ ਵੇਖੋ। Marksman, nicknamed the Frenchman, shows off his UAR-10 rifle, a weapon he claims he's used to kill 100 Russian soldiers. The UAR-10 is based on the ਜੀ ਮੇਰੇ ਵੀਰੋ, ਇਹ ਤੁਸੀਂ ਵੀਡੀਓ ਦੇਖੀਏ। ਜ਼ਿਆਦਾ ਮਤਲਬ ਹੈ ਕਿ ਮੈਂ ਵੀਡੀਓ ਵਗੈਰਾ ਚਲਾ ਨਹੀਂ ਸਕਦਾ, ਜਾਂ ਆਵਾਜ਼ ਵਗੈਰਾ ਨਹੀਂ ਜੈਨੂਇਨ ਚਲਾ ਸਕਦਾ, ਉਹਦੀ ਕਾਪੀਰਾਈਟ ਦਾ ਮਸਲਾ ਆ ਜਾਣਾ। ਅੱਛਾ, ਜਿਹੜੀ ਗਨ ਹੈ ਨਾ, ਇਹ ਬੰਦਾ ਜਿਹੜੀ ਆਪਣੇ ਸਾਹਮਣੇ ਰੱਖੀ ਹੈ, ਜਿਹੜੀ ਇਹ ਗਨ ਨੇ UAR-10, ਔਰ ਇਹ ਯੂਕਰੇਨ ਨੇ ਗਨ ਬਣਾਈ ਹੈ। ਤੇ ਗਨ ਬਣਾਈ ਸੀ ਇਹਨੇ 2012 ਦੇ ਵਿੱਚ ਅਮਰੀਕੀ ਕੰਪਨੀ ਅਰਮਲਾਈਟ ਦੇ ਮਦਦ ਦੇ ਨਾਲ, ਹੈਲਪ ਦੇ ਨਾਲ। ਕਿਉਂਕਿ ਅਰਮਲਾਈਟ ਜਿਹੜੀ ਉਹਨੇ ਆਪਣੀ ਪਹਿਲਾਂ AR-10 ਬਣਾਈ ਸੀ, ਜਿਹਨੂੰ M5 ਵੀ ਕਹਿੰਦੇ ਆ। ਮਾਸ਼ਾਅੱਲਾ ਮੇਰੇ ਕੋਲ ਵੀ M5P ਹੈ, ਮੈਨੂੰ ਬੜੀ ਪਿਆਰੀ ਹੈ ਆਪਣੀ M5 ਜਿਹੜੀ ਹੈ ਬੰਦੂਕ। ਅੱਛਾ, ਬਹੁਤ ਸੋਹਣੀ ਗਨ। ਅੱਛਾ, ਇਹਦੇ 'ਚ M5 ਤੇ M4 ਵਿੱਚ ਫਰਕ ਹੁੰਦਾ। ਜਿਹੜੀ M5 ਉਹ 308 ਹੈ, ਤੇ ਜਿਹੜੀ
M4 ਇਹ 223 ਹੁੰਦੀ ਹੈ, ਸਾਦੀ ਜੀ ਮਤਲਬ ਗੱਲ ਕਰਦੇ। M5 ਥੋੜੀ ਭਾਰੀ ਵੀ ਹੁੰਦੀ ਹੈ ਤੇ ਵਜ਼ਨੀ ਵੀ ਹੁੰਦੀ ਹੈ, ਤੇ ਇਹਦੀ ਜਿਹੜਾ ਨਾ ਲੰਮੀ ਵੀ ਹੁੰਦੀ ਹੈ। ਅੱਛਾ, ਇਹਦੇ ਚ ਜਿਹੜੀ M5 ਹੈ ਨਾ, ਸਭ ਨਾਲ ਸੋਹਣੀ ਗਨ ਜਿਹੜੀ ਹੈ ਉਹ ਹੈ ਬੈਰਟ ਦੀ ਰੈਕ 10, ਜਿਹੜੀ ਮੇਰੀ ਬਹੁਤ ਹੀ ਫੇਵਰੇਟ ਗਨ ਹੈ। ਮੈਂ ਬੜੀ ਢੂੰਡੀ ਹੈ, ਮੈਨੂੰ ਨਹੀਂ ਲੱਭੀ ਹੈ। ਅੱਛਾ, ਉਹ ਵੇਖਿਓ ਤੁਸੀਂ ਕਿਧਰੇ ਨਾ, ਰੈਕ 10 ਤੁਸੀਂ ਗਨ ਵੇਖਿਓ, ਤੁਹਾਨੂੰ ਬੜੀ ਪਸੰਦ ਆਵੇਗੀ। ਅੱਛਾ, ਟੌਪਿਕ ਤੇ ਵਾਪਸ ਆਉਂਦੇ ਆ। ਜਿਹੜੀ ਤੁਸੀਂ ਵੀਡੀਓ ਵੇਖੀ ਨਾ, ਉਹ ਜਿਹੜਾ ਯੂਕਰੇਨੀ ਫੌਜੀ ਹੈ ਨਾ, ਉਹ ਕਹਿੰਦਾ ਹੈ ਮੈਂ ਗਨ ਇਸਤੇਮਾਲ ਕੀਤੀ ਹੈ ਤੇ ਮੈਂ ਤੇ 100 ਤੋਂ ਜ਼ਿਆਦਾ ਰਸ਼ੀਅਨ ਬੰਦਿਆਂ ਨਾਲ ਫੜਕਾ ਦਿੱਤੇ ਨੇ। ਅੱਛਾ, ਮੈਂ ਹੁਣ ਤੁਹਾਡੇ ਅੱਗੇ ਇੱਕ ਸਵਾਲ ਕਰਦਾ। ਜਿਹੜੇ ਬੰਦੇ ਐਵੇਂ ਚਵਲਾਂ ਪੇ ਮਾਰਦੇ ਨੇ ਜੀ, ਇਹ M4 ਤੇ ਇਹ ਤੇ ਐਵੇਂ ਹੀ ਨੇ, ਤੇ AK47 ਜਿਹੜੀ ਉਹ ਬੜੀ ਵਧੀਆ ਰਹੀ ਹੈ। ਉਹ ਹੁਣ ਯੂਕਰੇਨ ਵਾਲੇ ਜਿਹੜੇ ਉਹ ਇਹ ਜਿਹੜੀ AR-10 ਬਣਾਉਣ ਜਾਂ M5 ਬਣਾਉਣ ਦੇ ਬਜਾਏ, ਤਾਂ ਕਿ ਸੋਵੀਅਤ ਯੂਨੀਅਨ ਦਾ ਹਿੱਸਾ ਵੀ ਰਿਹਾ, ਉਹ ਡਰੈਗਨ ਉਹ ਬਣਾ ਲੈਂਦੇ ਨੇ ਆਪਣੀ। ਉਹ ਉਹਨਾਂ ਦੇ DNA ਦੇ ਵਿੱਚ ਜਿਹੜਾ ਰਸ਼ੀਆ ਦਾ ਹੁਣ ਹੋਣਾ AK47 ਜਿਹੜੀ, ਉਹ ਤੇ ਉਹਨਾਂ ਦੇ DNA ਵਿੱਚ ਹੋਣੀ ਚਾਹੀਦੀ। ਇਹਦਾ ਮਤਲਬ ਇਹ ਗਨ ਬਹੁਤ ਵਧੀਆ ਗਨ ਹੈ, ਔਰ ਇਹ ਸਨਾਈਪਰ ਵਾਸਤੇ ਗਨ ਯੂਜ਼ ਕੀ ਜਾਂਦੀ ਹੈ, ਸਨਾਈਪਿੰਗ ਕਰਨ ਵਾਸਤੇ, ਲੌਂਗ ਰੇਂਜ ਵਾਸਤੇ। ਇਹਦੀ ਜਿਹੜੀ ਰੇਂਜ ਆ ਜਾਣੀ ਸਨਾਈਪਿੰਗ ਕਰਨ ਦੀ, ਉਹ ਤਕਰੀਬਨ 800 ਮੀਟਰ ਤੋਂ ਲੈ ਕੇ 1000 ਮੀਟਰ ਤੱਕ, ਯਾਨੀ ਕਿ ਦੂਰੋਂ ਮਸਤ ਹੋ ਕੇ ਆਰਾਮ ਨਾਲ ਦੂਰੋਂ ਜਿਹੜਾ ਹੈ ਉਹ ਟਾਰਗੇਟ ਕਰੋ। ਅੱਛਾ, ਇਹ ਵੀ ਗੱਲ ਹੋ ਗਈ। ਹੁਣ ਤੁਸੀਂ ਇੱਕ ਹੋਰ ਵੀਡੀਓ ਵੇਖੋ। This is the frontline view from a trench in eastern Ukraine, seen through the ਅੱਛਾ, ਤਮਾਮ ਭਰਾਵਾਂ ਨੇ ਇਹ ਵੀਡੀਓ ਵੇਖੀ ਹੋਣੀ ਹੈ, ਔਰ ਗਨ ਨੂੰ ਪਹਿਚਾਨ ਲਿਆ ਹੋਣਾ ਤੁਸੀਂ ਵੇਖਦੇ ਆ ਸਾਲ। ਇਹ ਵੀ ਗਨ ਜਿਹੜੀ ਹੈ ਯੂਕਰੇਨ ਦੇ ਵਿੱਚ ਜਿਹੜੀ ਹੈ ਨਾ ਜੰਗ ਲੱਗੀ ਹੈ ਫਰੰਟ ਲਾਈਨ ਉੱਤੇ ਰਸ਼ੀਆ ਦੇ ਖਿਲਾਫ, ਇਹ ਉਹ ਗਨ। ਅੱਛਾ, ਤੁਹਾਨੂੰ ਪਤਾ ਹੈ ਪ੍ਰੋਕਸੀਆਂ ਚੱਲਦੀਆਂ ਨੇ, ਠੀਕ ਹੈ, ਮਾਸ਼ਾਅੱਲਾ ਬਾਸ਼ੂਰ ਲੋਕ ਹੋ ਤੁਸੀਂ, ਸਿਆਣੇ ਲੋਕ ਹੋ। ਯੂਕਰੇਨ ਦੇ ਵਿੱਚ ਬੜੇ ਬੜੇ ਮੁਲਕਾਂ ਦੇ ਬੰਦੇ ਜਿਹੜੇ ਨੇ ਨਾ, ਉਹ ਲੜਾਈ ਪੇ ਕਰਦੇ ਨੇ, ਠੀਕ ਹੈ, ਤੇ ਉਹਨਾਂ ਆਪਣੀ ਜਿਹੜੀਆਂ ਫੇਵਰਟ ਗੰਨਾਂ ਨੇ ਨਾ, ਉਹ ਨਾਲ ਖੜੀਆਂ ਨੇ। ਪਰਾਇਆ ਮੁਲਕ, ਠੀਕ ਹੈ, ਨਾ ਉੱਥੇ ਦੀ ਜ਼ਬਾਨ ਦਾ ਲੋਕਾਂ ਨੂੰ ਪਤਾ, ਠੀਕ ਹੈ, ਨਾ ਉੱਥੇ ਤੁਹਾਡੀ ਕੋਈ ਕੰਪਨੀ, ਨਾ ਤੁਹਾਡੀ ਕੋਈ ਬ੍ਰਿਗੇਡ, ਨਾ ਤੁਹਾਨੂੰ 에ਅਰ ਸਪੋਰਟ, ਠੀਕ ਹੈ, 에ਅਰ ਸਟ੍ਰਾਈਕ ਵਾਸਤੇ ਕੋਈ ਕਿਸੇ ਕਿਸਮ ਦੀ ਮਦਦ ਨਹੀਂ ਤੁਹਾਨੂੰ ਉੱਥੇ ਆਸਟ੍ਰੇਲੀਆ ਦੇ, ਨੇਟੋ ਦੇ, ਅਮਰੀਕਾ ਦੇ ਬੰਦੇ ਲੜਦੇ ਨੇ ਪਏ ਤੇ ਆਪਣੀਆਂ ਗੰਨਾਂ ਇਸਤੇਮਾਲ ਪੇ ਕਰਦੇ ਨੇ, ਸਿਰਫ ਇੱਕ ਚੀਜ਼ ਤੇ ਭਰੋਸਾ ਕਰਕੇ, ਉਹ ਆਪਣੀ ਰਾਈਫਲ। ਔਰ ਇਹ ਜਿਹੜੀ ਰਾਈਫਲ ਇਸਤੇਮਾਲ ਕਰ ਰਿਹਾ ਨਾ ਜਣੇ ਦਾ ਪੁੱਤਰ, ਠੀਕ ਹੈ, ਉਹ ਹੈ M4A1, ਠੀਕ ਹੈ, ਤੁਸੀਂ ਵੇਖ ਲਈ ਹੋਣੀ ਹੈ, ਤੁਹਾਨੂੰ ਪਤਾ ਲੱਗ ਗਿਆ ਨਾ ਫਰੰਟ ਸਾਈਡ ਜਿਹੜੀ ਪਤਾ। ਔਰ ਕਰਦਾ ਵੀ ਮਿੱਟੀ ਦੇ ਉੱਤੇ ਰੱਖ ਕੇ ਪਿਆ ਨੂੰ ਇਸਤੇਮਾਲ, ਠੀਕ ਹੈ। ਔਰ ਇਹ ਇੱਕ ਛੋਟਾ ਜਿਹਾ ਮੈਂ ਕਲਿੱਪ ਜਿਹੜਾ ਚਲਾਣਾ, ਔਰ ਇਹ ਇੱਕ ਤਮਾਚਾ ਹੈ, ਠੀਕ ਹੈ, ਉਹਨਾਂ ਦੇ ਬੰਦਿਆਂ ਦੇ ਮੂੰਹ ਤੇ। ਜਾਂ ਮੈਂ ਕੋਈ ਸਖਤ ਵਰਡ ਨਹੀਂ ਇਸਤੇਮਾਲ ਕਰਨਾ ਚਾਹੁੰਦਾ, ਯਾਨੀ ਕਿ ਉਹ ਝੂਠਿਆਂ ਉੱਤੇ ਲਾਹਨਤ ਤੇ ਜਿਹੜੇ ਝੂਠ ਬੋਲਦੇ ਨੇ, ਠੀਕ ਹੈ, ਕਿ ਇਹ ਅਮਰੀਕੀ ਗੰਨਾਂ ਜਿਹੜੀਆਂ ਨੇ ਇਹ ਐਵੇਂ ਹੀ ਨੇ, ਤੇ ਇਹ ਤੇ ਅਮਰੀਕੀ ਫੌਜੀ ਵੀ ਨਹੀਂ ਪਸੰਦ ਕਰਦੇ। ਅੱਛਾ, ਇਹ ਜਿਹੜਾ ਜਣਾ ਗਿਆ ਉੱਥੇ ਲੜਨ ਰਸ਼ੀਆ ਦੇ ਖਿਲਾਫ, ਸਾਰਾ ਦਾਰੋਮਦਾਰ ਜਿਹੜਾ ਉਹਨੂੰ ਆਪਣੀ ਗਨ ਤੇ ਵੀ ਨਾ, ਕੋਈ ਸਪੋਰਟ ਨਹੀਂ, ਪ੍ਰੋਕਸੀ ਲੜਦਾ ਪਿਆ, ਠੀਕ ਹੈ, ਇਸ ਗਨ ਦੇ ਭਰੋਸੇ ਤੇ ਗਏ ਆ, ਔਰ ਗਨ ਵੀ ਧੂੜ ਮਿੱਟੀ ਦੇ ਵਿੱਚ ਚਲਾਉਂਦਾ ਪਿਆ, ਤੁਹਾਡੇ ਸਾਹਮਣੇ ਗੱਲ। ਅੱਛਾ, ਜਿਹੜੀ ਹੈ ਨਾ M4A1 ਕਾਰਬਿਨ ਵਰਜਨ ਆ ਜਾਂਦਾ ਹੈ, ਜਿਹੜਾ ਲਾਅ ਇਨਫੋਰਸਮੈਂਟ ਦਾ ਤੇ ਆਰਮੀ ਦਾ, ਤੇ ਇਹਦਾ ਜਿਹੜਾ ਬੈਰਲ ਹੈ ਨਾ ਤਕਰੀਬਨ 14.5 ਇੰਚ ਦਾ ਆ ਜਾਂਦਾ ਹੈ। ਇਹਦਾ ਰੇਟ ਆਫ ਫਾਇਰ ਜਿਹੜਾ ਨਾ ਬੜਾ ਤੇਜ਼ ਹੈ, ਬੜੀ ਤੇਜ਼ ਗੋਲੀ ਕੱਢਦੀ ਹੈ ਆਪਣੇ ਵਿੱਚੋਂ। ਇਹਦਾ ਜਿਹੜਾ ਰੇਟ ਆਫ ਫਾਇਰ ਤਕਰੀਬਨ ਆ ਜਾਂਦਾ ਨਾ, ਇਹ ਆ ਜਾਂਦਾ 700 ਤੋਂ 950 ਤੱਕ ਪਰ ਮਿੰਟ ਦੇ ਵਿੱਚ ਰੌਂਡ ਕੱਢ ਦਿੰਦੀ ਜੇ ਕੱਢਣਾ ਹੋਵੇ। ਮਤਲਬ ਇੱਕ ਹੁੰਦਾ ਨਾ, ਇੱਕ ਪੈਮਾਨਾ ਹੈ ਨਾਪਣ ਦਾ, ਠੀਕ ਹੈ, ਸਪੀਡ ਨੂੰ ਨਾਪਣ ਦਾ ਇੱਕ ਪੈਮਾਨਾ ਹੈ, ਕੱਢਦਾ ਤੇ ਕੋਈ ਨਹੀਂ ਇੱਕਦਮ ਜਲਦੀ ਰੌਂਡ। ਅੱਛਾ, ਨਾਲ ਜਿਹੜੀ ਇਹਦੇ ਵਜ਼ਨ ਦੀ ਗੱਲ ਕਰੇ, ਇਹ ਜਿਹੜੀ ਨਾ ਬਹੁਤ ਸਾਰੀਆਂ ਐਸੀਆਂ ਗੰਨਾਂ ਤੇ ਰਾਈਫਲਾਂ ਨੇ, ਉਹਨਾਂ ਨਾਲੋਂ ਇਹਦਾ ਵਜ਼ਨ ਘੱਟ ਹੁੰਦਾ ਹੈ। ਇਹਦਾ ਵਜ਼ਨ ਜਿਹੜਾ ਨਾ, ਇਹ ਤਕਰੀਬਨ 2 ਕਿਲੋ ਤੇ 900 ਗ੍ਰਾਮ ਜਾਂ 800 ਗ੍ਰਾਮ ਤੱਕ ਇਹਦਾ ਵਜ਼ਨ ਬਣ ਜਾਂਦਾ ਹੈ। ਬੜੀ ਹਲਕੀ, AK47 ਨਾਲੋਂ ਵੀ ਹਲਕੀ ਹੈ, ਤੇ M16 ਜਿਹੜੀ ਰਾਈਫਲ ਹੈ ਵੱਡੀ, ਉਹਦੇ ਨਾਲੋਂ ਵੀ ਹਲਕੀ ਹੈ ਗਨ। ਤੇ ਇਹਦੀ ਜਿਹੜੀ ਰੇਂਜ ਆ ਜਾਂਦੀ ਹੈ ਨਾ, ਇਹਦੀ ਗੋਲੀ ਦੀ 62 ਰੇਂਜ, ਜਿਹੜੀ M855 ਮਿਲਟਰੀ ਹਰੀ ਟਿਪ ਵਾਲੀ ਗੋਲੀ ਇਸਤੇਮਾਲ ਕਰਦੀ ਹੈ, ਜਿਹੜੀ ਇਹਦੀ ਰੇਂਜ ਜਿਹੜੀ ਹੈ ਤਕਰੀਬਨ ਆ ਜਾਂਦੀ ਹੈ ਤੁਹਾਨੂੰ 500 ਤੋਂ 650 ਮੀਟਰ ਤੱਕ। ਤੇ ਜਿਹੜੀ ਕੰਪੇਅਰ ਕਰਨ ਵਾਸਤੇ ਤੁਹਾਨੂੰ ਦੱਸਾਂ, ਜਿਹੜੀ AK47 ਦਾ ਰੌਂਡ ਹੁੰਦਾ ਨਾ, ਉਹ ਤਕਰੀਬਨ 300 ਤੇ 350 ਮੀਟਰ ਤੱਕ ਮਾਰ ਕਰਦਾ ਹੈ, ਠੀਕ ਹੈ, ਉਹਦੇ ਨਾਲੋਂ ਵੀ ਡਬਲ ਹੈ, ਆਲਮੋਸਟ ਡਬਲ ਰੇਂਜ ਇਹਦੀ ਬਣ ਜਾਂਦੀ ਹੈ M4A1 ਦੀ। ਤੇ ਵਜ਼ਨ ਵਿੱਚੋਂ ਹਲਕੀ, ਰੇਂਜ ਵੀ ਜ਼ਿਆਦਾ, ਰੇਟ ਆਫ ਫਾਇਰ ਵੀ ਜ਼ਿਆਦਾ, ਤੇ ਸੋਹਣੀ ਗਨ, ਤੇ ਬਹੁਤ ਹੀ ਪਿਆਰੀ ਔਰ ਟੈਕਟੀਕਲ ਵੈਪਨ ਹੈ, ਜਿਹਨੂੰ ਕਹਿੰਦੇ ਨੇ ਅਸੀਂ ਇਹਨੂੰ ਹਰ ਕਿਸਮ ਦੀ ਐਸੈਸਰੀਜ਼ ਤੁਸੀਂ ਹਰ ਪੱਲੇ ਲਾ ਸਕਦੇ ਹੋ। ਇਹਨੂੰ ਬਹੁਤ ਖੂਬਸੂਰਤ ਤੇ ਕੰਪੈਕਟ ਸਾਈਜ਼ ਹੈ,
ਤੇ ਹੋਰ ਬੜੀਆਂ ਮਤਲਬ ਡਿਟੇਲ ਨਾਲ ਮੈਂ ਗੱਲਾਂ ਕੀਤੀਆਂ ਨੇ ਇਸ ਰਾਈਫਲ ਦੇ ਬਾਰੇ ਤੇ ਬਹੁਤ ਸੋਹਣੀ ਗੱਲ ਹੈ ਜੀ ਹੈ ਅਮਰੀਕਾ ਦੀ। ਅੱਛਾ, ਉਹ ਜਿਹੜੇ ਬੰਦੇ ਨੇ ਨਾ ਜਿਹੜੀਆਂ ਪੁੱਠੀਆਂ ਗੱਲਾਂ ਕਰਦੇ ਨੇ ਅਮਰੀਕਾ ਦੇ ਅਸਲੇ ਦੇ ਬਾਰੇ ਜਾਂ ਮਤਲਬ ਹੈ ਕਿ ਉਂਝੇ ਪੇ ਦਾਨਸ਼ਵਰ ਬੰਦੇ ਰਹਿੰਦੇ ਨੇ, ਮੈਂ ਆਪਣੇ ਤਮਾਮ ਵੀਰਾਂ ਨੂੰ ਤਮਾਮ ਭਰਾਵਾਂ ਨੂੰ ਖਾਸ ਤੌਰ ਤੇ ਜਿਹੜੇ ਦੁਸ਼ਮਣਦਾਰ ਬੰਦੇ ਨੇ ਮੈਂ ਉਹਨਾਂ ਨੂੰ ਇਹ ਮਸ਼ਵਰਾ ਦਾਂਦਾ, ਇਹ ਝੂਠਿਆਂ ਬੰਦਿਆਂ ਤੋਂ ਬਚ ਕੇ ਰਹੋ। ਜਿਹੜੇ ਆਨਲਾਈਨ ਐਵੇਂ ਹੀ ਆਪਣੀ ਆਪਣੀ ਸਲਾਹ ਭੇਜ ਦਿੰਦੇ ਨੇ, ਉਹਨਾਂ ਦੀਆਂ ਸਲਾਹਾਂ ਤੋਂ ਬਚ ਕੇ ਰਵਿਓ। ਤੇ ਕੋਈ ਵੀ ਚੀਜ਼ ਤੁਸੀਂ ਖਰੀਦਣੀ ਹੈ ਨਾ ਆਪਣੇ ਡਿਫੈਂਸ ਵਾਸਤੇ ਕਿਸੇ ਸਿਆਣੇ ਬੰਦੇ ਨਾਲ ਮਸ਼ਵਰਾ ਕਰਕੇ ਖਰੀਦਿਓ। ਲੋ ਜੀ, ਗੱਲ ਇੱਥੇ ਖਤਮ ਕਰਨੇ ਆ। ਮੈਂ ਉਮੀਦ ਕਰਨਾ ਜਿਹੜੇ ਤਮਾਮ ਭਾਈ ਨੇ ਉਹਨਾਂ ਨੂੰ ਵੀਡੀਓ ਪਸੰਦ ਆਈ ਹੋਵੇਗੀ। ਅਗਰ ਕੋਈ ਬੁਰਾ ਲਫ਼ਜ਼ ਬੋਲਿਆ ਤੇ ਉਹਦੇ ਵਾਸਤੇ ਮੈਂ ਐਡਵਾਂਸ ਵਿੱਚ ਮਾਜ਼ਰਤ ਕਰਨਾ। ਮੇਰੀ ਇਹਦੀ ਤਰਬੀਅਤ ਨਹੀਂ ਹੈ, ਲੇਕਿਨ ਜਿਹੜਾ ਨਾ ਦੁੱਖ ਲੱਗਦਾ। ਦੇਖੋ ਜੀ, ਕੋਈ ਗਲਤ ਗੱਲ ਕਰਦਾ ਨਾ ਤੇ ਤੁਹਾਡੀ ਗੈਰਤ ਦੀ ਨਿਸ਼ਾਨੀ ਹੁੰਦੀ ਹੈ, ਤੁਹਾਨੂੰ ਦੁੱਖ ਲੱਗਦਾ, ਠੀਕ ਹੈ। ਗਲਤ ਗੱਲ ਨਹੀਂ ਕਰਨੀ ਚਾਹੀਦੀ, ਝੂਠ ਨਹੀਂ ਬੋਲਣਾ ਚਾਹੀਦਾ ਤੇ ਸੁਥਰੀ ਗੱਲ ਤੇ ਸੱਚੀ ਗੱਲ ਕਰਨੀ ਚਾਹੀਦੀ ਹੈ। ਅਗਲੀ ਵੀਡੀਓ ਵਿੱਚ ਮਿਰਜ਼ਾ ਪਰਦੇਸੀ ਤੁਹਾਨੂੰ ਮਿਲੇਗਾ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਿਓ। ਅੱਲਾ ਹਾਫਿਜ਼।